ਡਾਕਟਰ ਸਾਹਿਬ, ਬੱਚਿਆਂ ਨੂੰ ਸਕੂਲ ਜੇ ਓਪਨ ਹੁੰਦੇ ਆ ਭੇਜਣਾ ਚਾਹੀਦਾ, ਤੁਸੀਂ ਕੀ ਸਲਾਹ ਦਿੰਦੇ ਹੋ? ਦੇਖੋ, ਇਹਦੇ ਵਿੱਚ ਕਈ ਮਾਪਿਆਂ ਦੇ ਗਰੁੱਪ ਹੈ, ਉਹਨਾਂ ਨੇ ਆਲਰੇਡੀ ਆਨਲਾਈਨ ਪਟੀਸ਼ਨ ਵੀ ਜਾਰੀ ਕੀਤੀ ਆ। ਉਹਨਾਂ ਨੂੰ ਡਰ ਲੱਗਦਾ ਵੀ ਬੱਚਿਆਂ ਨੂੰ ਨਹੀਂ ਭੇਜਣਾ ਚਾਹੀਦਾ। ਓਵਰਆਲ ਸਥਿਤੀ ਠੀਕ ਹੈ। ਜਿਹੜੀ ਕੱਲ ਮਿਸ਼ਨ 'ਚ ਨੰਬਰ ਆਏ ਸੀ ਉਹ ਜ਼ਿਆਦਾ ਰੈਜ਼ੀਡੈਂਸ਼ੀਅਲ ਕੇਅਰ ਹੋਮ ਤੋਂ ਆਏ ਸੀ, ਤੇ ਕਮਿਊਨਿਟੀ 'ਚ ਐਕਟਿਵ ਕੇਸਿਸ ਕੋਈ ਨਹੀਂ ਹੈਗਾ ਇਸ ਵੇਲੇ, ਔਰ 80% ਤੋਂ ਜ਼ਿਆਦਾ ਲੋਕੀ ਇਲਾਜ ਹੋ ਚੁੱਕਿਆ ਕੋਵਿਡ ਦਾ। BC 'ਚ 50% ਤੋਂ ਜ਼ਿਆਦਾ ਪੂਰੇ ਕੈਨੇਡਾ 'ਚ। ਦੇਖੋ, ਇਹ ਪੈਰੈਂਟਲ ਡਿਸੀਜਨ ਹੈਗਾ। ਕਦੀ ਨਾ ਕਦੀ ਤੇ ਸਾਨੂੰ ਇਸ ਪੱਖ ਤੋਂ ਬੱਚਿਆਂ ਨੂੰ ਬਾਹਰ ਲੈ ਕੇ ਆਉਣਾ ਪਊਗਾ। ਜਿਹੜੇ ਗ੍ਰੇਡ 6 ਤੋਂ ਥੱਲੇ ਬੱਚੇ ਆ ਉਹ 2 ਦਿਨ ਜਾਇਆ ਕਰਨਗੇ ਹਫ਼ਤੇ 'ਚ, ਔਰ ਜਿਹੜੇ ਵੱਡੇ ਬੱਚੇ ਆ ਉਹ 1 ਦਿਨ ਜਾਇਆ ਕਰਨਗੇ। ਸੋ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਸੀ, ਤਾਂ ਉਹ ਤੇ ਬੱਚੇ ਆਲਰੇਡੀ ਸਕੂਲ ਜਾ ਰਹੇ ਪਿਛਲੇ 2-3 ਮਹੀਨੇ ਤੋਂ। ਸੋ ਇਸ ਲਈ ਉਹਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਕੋਈ ਕੋਵਿਡ ਦਾ ਕੇਸ ਨਹੀਂ ਆਇਆ। ਸੋ ਇਸ ਲਈ ਮੇਰੇ ਹਿਸਾਬ ਦੇ ਨਾਲ ਸਾਨੂੰ ਥੋੜਾ ਜਿਹਾ ਇਹ ਚਿੰਤਾ ਦੇ ਦੌਰ ਤੋਂ ਨਿਕਲ ਕੇ ਪੈਰੈਂਟਸ ਨੂੰ ਥੋੜਾ ਰਿਲੈਕਸ ਹੋਣਾ ਪੈਣਾ। ਬਟ ਅਗਰ ਪੈਰੈਂਟਸ ਚਾਹੁੰਦੇ ਵੀ ਨਹੀਂ ਭੇਜਣਾ, ਕਿਉਂਕਿ ਮਹੀਨਾ ਕੀ ਹੈਗਾ, ਜੂਨ ਦਾ ਹੀ ਮੰਥ ਚੱਲਣਾ ਸਕੂਲ, ਤਾਂ ਉਹ ਵੀ ਠੀਕ ਹੈਗਾ, ਕਿਉਂਕਿ ਸਤੰਬਰ ਤੋਂ ਫਿਰ ਸਕੂਲ ਮੇਰੇ ਖਿਆਲ ਨਾਲ ਪੂਰੇ ਜਿਹੜਾ ਫੁੱਲ ਕੈਪੈਸਿਟੀ 'ਚ ਸ਼ੁਰੂ ਹੋਣਾ। ਨਹੀਂ, BC ਦਾ ਜਿਹੜਾ ਮਾਡਲ ਹੈਗਾ ਉਹ ਤੇ ਪੂਰੇ ਨਾਰਥ ਅਮਰੀਕਾ, ਪੂਰੇ ਯੂਰਪ 'ਚ ਸਭ ਤੋਂ ਵਧੀਆ ਜੀ। ਕੁਛ ਇੱਕ ਕੰਟਰੀਆਂ ਹੈਗੀਆਂ, ਤਾਇਵਾਨ ਆ, ਸਿੰਗਾਪੁਰ ਆ, ਜਾਪਾਨ ਆ, ਜਾਂ ਈਵਨ ਤੁਸੀਂ ਲੈ ਲਓ ਵੀ ਆਪਾਂ ਇੰਡੀਆ ਦੀ ਗੱਲ ਕਰ ਲਈ, ਅਫਰੀਕਾ ਦੀ, ਉੱਥੇ ਰੇਟ ਘੱਟ ਹੈਗਾ, ਡੈਥ ਘੱਟ ਹੈਗਾ। ਦੇਖੋ, ਸਪੈਸ਼ਲਿਸਟ ਤਾਂ ਮੈਂ ਸਪੈਸ਼ਲਿਸਟ ਹੈਗਾ, ਸਪੈਸ਼ਲਿਸਟ ਅਦਾਰੇ ਤੇ ਦੂਜੇ ਜਿਹੜੇ ਮੈਡੀਕਲ ਸਰਵਿਸਿਜ਼ ਆ, ਇਹਨਾਂ ਤੇ 100% ਲੋਕਡਾਊਨ ਨਹੀਂ ਸੀ। ਆਪਣੀ ਸੂਝ-ਬੂਝ ਸੀ ਵੀ ਅਗਰ ਉਹਨਾਂ ਨੂੰ ਆਫਿਸ 'ਚ ਜਾ ਕੇ ਕੋਈ ਬਿਲਕੁਲ ਰੋਗੀ ਮਰੀਜ਼ ਹੈਗਾ ਤੇ ਦੇਖ ਸਕਦੇ ਸੀ। ਸੋ ਇਹ ਹੁਣ ਅਸੀਂ ਪਿਛਲੇ ਹਫ਼ਤੇ ਤੋਂ ਹੌਲੀ-ਹੌਲੀ, ਮੋਸਟਲੀ ਮੈਂ ਕਹੂੰਗਾ ਵੀ 30% ਅਸੀਂ ਆਫਿਸ 'ਚ ਦੇਖ ਰਹੇ ਹਾਂ, 70% ਅਜੇ ਵੀ ਵਰਚੁਅਲ ਹੈਗਾ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਦੋਸਤੋ ਅਸੀਂ ਚੱਲਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਕੋਲ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਕੋਲੋਂ ਕੁਛ ਅਪਡੇਟਸ ਲੈਂਦੇ ਹਾਂ ਇਸ ਵੇਲੇ ਕੀ ਸਥਿਤੀ ਹੈ, ਕਿੱਥੇ ਅਸੀਂ ਖੜ੍ਹੇ ਹਾਂ, ਔਰ ਖ਼ਾਸ ਤੌਰ 'ਤੇ ਉਹਨਾਂ ਨਾਲ 1-2 ਗੱਲਾਂ ਜਿਹੜੀਆਂ ਕਰਨ ਵਾਲੀਆਂ ਕਿ ਇਸ ਵੇਲੇ ਡਾਕਟਰਸ ਦੇਖਦੇ ਨੇ ਪੇਸ਼ੈਂਟਸ ਨੂੰ ਆਪਣੇ ਕਲੀਨਿਕਸ ਦੇ ਵਿੱਚ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ-ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਸ ਵੇਲੇ ਮੈਨੂੰ ਲੱਗਦਾ ਕਿ ਕਲੀਨਿਕ ਦੇ ਵਿੱਚ ਹੀ ਬੈਠੇ ਜੀ ਹੋ। ਜੀ ਜੀ। ਕੇਸ ਹੁਣ ਜਿਹੜੇ ਨਾਰਮਲ ਕਲੀਨਿਕ ਆ BC ਵਿੱਚ ਉਹ ਖੁੱਲ੍ਹ ਗਏ ਨੇ? ਜੇ ਕਿਸੇ ਨੇ ਜਾਣਾ ਹੋਵੇ ਆਪਣੇ ਫੈਮਿਲੀ ਡਾਕਟਰ ਕੋਲ ਅਪਾਇੰਟਮੈਂਟ ਮਿਲ ਜਾਂਦੀ ਹੈ ਜਾਂ ਕੀ ਹਿਸਾਬ ਕਿਤਾਬ ਹੁੰਦਾ ਜੀ? ਦੇਖੋ, ਸਪੈਸ਼ਲਿਸਟ ਤਾਂ ਮੈਂ ਸਪੈਸ਼ਲਿਸਟ ਹੈਗਾ, ਸਪੈਸ਼ਲਿਸਟ ਅਦਾਰੇ ਤੇ ਦੂਜੇ ਜਿਹੜੇ ਮੈਡੀਕਲ ਸਰਵਿਸਿਜ਼ ਆ, ਇਹਨਾਂ ਤੇ 100% ਲੋਕਡਾਊਨ ਨਹੀਂ ਸੀ। ਇਹ ਡਾਕਟਰ ਦੀ ਆਪਣੀ ਸੂਝ-ਬੂਝ ਸੀ ਵੀ ਅਗਰ ਉਹਨਾਂ ਨੂੰ ਆਫਿਸ 'ਚ ਜਾ ਕੇ ਕੋਈ ਬਿਲਕੁਲ ਰੋਗੀ ਮਰੀਜ਼ ਹੈਗਾ ਤੇ ਦੇਖ ਸਕਦੇ ਸੀ। ਸੋ ਇਹ ਹੁਣ ਅਸੀਂ ਪਿਛਲੇ ਹਫ਼ਤੇ ਤੋਂ ਹੌਲੀ-ਹੌਲੀ, ਮੋਸਟਲੀ ਮੈਂ ਕਹੂੰਗਾ ਵੀ 30% ਅਸੀਂ ਆਫਿਸ 'ਚ ਦੇਖ ਰਹੇ ਹਾਂ, 70% ਅਜੇ ਵੀ ਵਰਚੁਅਲ ਹੈਗਾ। ਔਰ ਤੁਸੀਂ ਹੈਰਾਨ ਹੋਗੇ ਵੀ ਇਹ ਜਿਹੜਾ 2 ਮਹੀਨੇ ਲੋਕਡਾਊਨ ਰਿਹਾ ਤੇ ਕੈਨੇਡੀਅਨ ਦੀ ਸਰਵੇਖਣ ਕੀਤੀ ਗਈ, ਕਰੀਬਨ 38% ਕੈਨੇਡੀਅਨ ਕਹਿੰਦੇ ਵੀ ਅਸੀਂ ਵਰਚੁਅਲ ਟੈਕਨੋਲੋਜੀ ਦੇ ਨਾਲ ਹੀ ਜਿਹੜੀ ਛੋਟੀ-ਮੋਟੀ ਗੱਲਾਂ ਉਹ ਫੈਮਿਲੀ ਡਾਕਟਰ ਜਾਂ ਆਪਣੇ ਸਪੈਸ਼ਲਿਸਟ ਦੇ ਨਾਲ ਕਰਨਾ ਚਾਹੁੰਦੇ ਆ, ਜੀ ਕਿਉਂਕਿ ਉਹਨਾਂ ਨੂੰ ਘਰੋਂ ਆਉਣਾ ਪੈਂਦਾ, ਪਾਰਕਿੰਗ ਪੇ ਕਰਨੀ ਪੈਂਦੀ ਆ, ਵੇਟਿੰਗ ਰੂਮ 'ਚ ਬਹਿਣਾ ਪੈਂਦਾ। ਸੋ ਟਾਈਮ ਉਹਨਾਂ ਦਾ ਜਿਹੜਾ ਹੈਗਾ ਘੱਟ ਲੱਗਦਾ। ਸੋ ਇਸ ਵੇਲੇ ਕੋਈ ਰਿਸਟ੍ਰਿਕਸ਼ਨਸ ਤਾਂ ਨਹੀਂ ਹੈਗੀ, ਲੇਕਿਨ ਅਸੀਂ ਬਹੁਤ ਜ਼ਿਆਦਾ ਹੀ ਕੋਈ ਕਿਸੇ ਦੀ ਸਮਝ ਕੋਈ ਗੰਢ ਹੈਗੀ, ਆਪਾਂ ਚੈੱਕ ਕਰਨੀ ਆ ਵੀ ਕੈਂਸਰਸ ਹੈਗੀ ਕਿ ਨਹੀਂ ਹੈਗੀ, ਜਾਂ ਕਿਹੜਾ ਬੱਚਾ ਜਿਹੜਾ ਹੈਗਾ ਉਹਦਾ ਵਜ਼ਨ ਨਹੀਂ ਵੱਧ ਰਿਹਾ ਜਾਂ ਬਹੁਤ ਜ਼ਿਆਦਾ ਸਿੱਕ ਆ, ਉਹਨਾਂ ਨੂੰ ਬਹੁਤਾ ਪਹਿਲ ਦੇ ਰਹੇ ਆ। ਦੂਜੀ ਗੱਲ ਹੈਗੀ ਆ ਵੀ ਅੱਜ ਡਾਕਟਰ ਬੌਨੀ ਹੈਨਰੀ ਨੇ ਵੀ ਕਿਹਾ ਆ ਵੀ ਜਿਹੜਾ ਵੀ ਪੈਂਡੇਮਿਕ ਹੁੰਦਾ, ਪਿਛੋਕੜ 'ਚ ਇਤਿਹਾਸ ਲੈ ਲਈਏ, ਕੋਈ ਵੀ ਪੈਂਡੇਮਿਕ ਆਇਆ ਹੋਏ, ਉਹਦੀ ਦੂਜੀ ਵੇਵ ਹਮੇਸ਼ਾ ਆਉਂਦੀ ਆ। ਸੋ ਉਹ ਪ੍ਰਿਡਿਕਟ ਕਰ ਰਹੇ ਸਤੰਬਰ ਅਕਤੂਬਰ 'ਚ ਜਦੋਂ ਸਿਆਲ ਸ਼ੁਰੂ ਹੋਣੇ ਆ, ਪਤਝੜ ਦਾ ਮੌਸਮ ਸ਼ੁਰੂ ਹੋਣਾ, ਉਦੋਂ ਕੋਵਿਡ ਦਾ ਵੀ ਪਸਾਰਾ ਪੈ ਸਕਦਾ। ਲੇਕਿਨ ਪ੍ਰੋਬਲਮ ਹੈਗੀ ਵੀ ਉਦੋਂ ਇਨਫਲੂਐਂਜ਼ਾ ਦਾ ਵੀ ਪਸਾਰਾ ਚੱਲਦਾ। ਸੋ ਉਹਦੇ ਲਈ ਇੱਕ ਇਹੋ ਜਿਹੀ ਟੈਸਟਿੰਗ ਹੋਏਗੀ, ਸਾਡੇ ਕੋਲ 3-4 ਮਹੀਨੇ ਹੀ ਹੈਗੇ ਪ੍ਰੀਪਰੇਸ਼ਨ ਵਾਸਤੇ। ਉਹ ਸਾਰੀਆਂ ਗੱਲਾਂ ਹੈਗੀਆਂ, ਲੇਕਿਨ ਉਹ ਚਾਹੁੰਦੇ ਆ ਵੀ ਲੋਕਡਾਊਨ ਦਾ ਫੇਜ਼ ਨਾ ਆਵੇ। ਇਸ ਲਈ ਅਸੀਂ ਜੋ ਇਸ ਪਿਛਲੇ ਕੁਛ ਮਹੀਨਿਆਂ 'ਚ ਸਿੱਖਿਆ, ਉਹਨੂੰ ਅਗਾਂਹ ਲੈ ਕੇ ਅਸੀਂ ਸੱਭਿਅ ਰਹਿ ਕੇ, ਜਿੱਦਾਂ ਮਾਸਕ ਲਾਉਣਾ, ਫਿਜ਼ੀਕਲ ਡਿਸਟੈਂਸ ਰੱਖਣੀ ਆ, ਹੱਥ ਚੰਗੀ ਤਰ੍ਹਾਂ ਧੋਣੇ ਆ, ਸੈਨੀਟਾਈਜੇਸ਼ਨ ਕਰਨਾ,
ਸੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਕੰਟੀਨਿਊ ਰੱਖਣੀਆਂ ਪੈਣੀਆਂ, ਔਰ ਮੈਨੂੰ ਲੱਗਦਾ ਵੀ ਇਹ ਕਾਫੀ ਲੰਬੇ ਅਰਸੇ ਤੱਕ ਇਹ ਦੌਰ ਚੱਲੂਗਾ। ਬਾਕੀ ਅੱਜ ਬੀਸੀ ਦੇ ਨੰਬਰਸ ਤਾਂ ਤੁਹਾਨੂੰ ਪਤਾ ਦੁਪਹਿਰ ਤੋਂ ਬਾਅਦ ਹੀ ਪ੍ਰਕਾਸ਼ਿਤ ਹੁੰਦੇ, ਲੇਕਿਨ ਓਵਰਆਲ ਸਥਿਤੀ ਠੀਕ ਹੈ। ਜਿਹੜੀ ਕੱਲ ਮਿਸ਼ਨ 'ਚ ਨੰਬਰ ਆਏ ਸੀ ਉਹ ਜ਼ਿਆਦਾ ਰੈਸੀਡੈਂਸ਼ੀਅਲ ਕੇਅਰ ਹੋਮ ਤੋਂ ਆਏ ਸੀ, ਸੋ ਕਮਿਊਨਿਟੀ 'ਚ ਐਕਟਿਵ ਕੇਸਿਸ ਕੋਈ ਨਹੀਂ ਹੈਗਾ ਇਸ ਵੇਲੇ, ਔਰ 80% ਤੋਂ ਜ਼ਿਆਦਾ ਲੋਕੀ ਇਲਾਜ ਹੋ ਚੁੱਕਿਆ ਕੋਵਿਡ ਦਾ। ਬੀਸੀ 'ਚ 50% ਤੋਂ ਜ਼ਿਆਦਾ ਪੂਰੇ ਕੈਨੇਡਾ 'ਚ। ਡਾਕਟਰ ਸਾਹਿਬ, ਬੱਚਿਆਂ ਨੂੰ ਸਕੂਲ ਜੇ ਓਪਨ ਹੁੰਦੇ ਆ ਭੇਜਣਾ ਚਾਹੀਦਾ, ਤੁਸੀਂ ਕੀ ਸਲਾਹ ਦਿੰਦੇ ਹੋ ਜੀ? ਦੇਖੋ, ਇਹਦੇ ਵਿੱਚ ਕਈ ਮਾਪਿਆਂ ਦੇ ਗਰੁੱਪ ਹੈ, ਉਹਨਾਂ ਨੇ ਆਲਰੇਡੀ ਆਨਲਾਈਨ ਪਟੀਸ਼ਨ ਵੀ ਜਾਰੀ ਕੀਤੀ ਆ। ਉਹਨਾਂ ਨੂੰ ਡਰ ਲੱਗਦਾ ਵੀ ਬੱਚਿਆਂ ਨੂੰ ਨਹੀਂ ਭੇਜਣਾ ਚਾਹੀਦਾ। ਦੇਖੋ, ਇਹ ਪੈਰੈਂਟਲ ਡਿਸੀਜਨ ਹੈਗਾ। ਕਦੀ ਨਾ ਕਦੀ ਤੇ ਸਾਨੂੰ ਇਸ ਪੱਖ ਤੋਂ ਬੱਚਿਆਂ ਨੂੰ ਬਾਹਰ ਲੈ ਕੇ ਆਉਣਾ ਪਊਗਾ। ਮੈਡੀਕਲ ਫੈਕਲਟੀ 'ਚ ਨਾ ਜਦੋਂ ਆਪਾਂ ਰਿਸਕ ਕਹੀਏ, ਰਿਸਕ ਜ਼ੀਰੋ ਕਦੀ ਨਹੀਂ ਹੁੰਦਾ। ਦੇਖੋ, ਹੁਣ ਮੈਂ ਕਾਰ ਚਲਾ ਕੇ ਆਪਣੇ ਆਫਿਸ ਆਇਆ, ਭਾਵੇਂ ਰੋਡ ਇੰਨੀ ਬਿਜ਼ੀ ਨਹੀਂ ਸੀ, ਤਾਂ ਵੀ ਐਕਸੀਡੈਂਟ ਹੋਣ ਦਾ ਖਿਸ਼ਰ ਹੋ ਸਕਦਾ। ਕੋਈ ਦੂਜੇ ਪਾਸੋਂ ਕੋਈ ਗਲਤੀ ਕਰਕੇ ਆ ਜਾਂਦਾ, ਤੁਸੀਂ ਭਾਵੇਂ ਨਾ ਵੀ ਗਲਤੀ ਕੀਤੀ ਹੋਵੇ। ਸੋ ਇਨਫੈਕਸ਼ਨ ਦਾ ਰਿਸਕ ਜ਼ੀਰੋ ਕਦੀ ਵੀ ਨਹੀਂ ਜਾ ਸਕਦਾ, ਲੇਕਿਨ ਇਨਫੈਕਸ਼ਨ ਲੋ ਰਿਸਕ 'ਚ ਹੈਗਾ ਬੱਚਿਆਂ 'ਚ, ਅਸੀਂ ਆਲਰੇਡੀ ਦੇਖ ਚੁੱਕੇ ਹਾਂ। ਔਰ ਸਕੂਲਾਂ 'ਚ ਅਗਰ ਉਹ ਪ੍ਰੋਪਰ ਹੈਂਡ ਵਾਸ਼ਿੰਗ, ਫਿਜ਼ੀਕਲ ਡਿਸਟੈਂਸ ਉਹਨਾਂ ਨੂੰ ਐਜੂਕੇਟ ਕਰਦੇ ਆ, ਤੇ ਮੇਰੇ ਖਿਆਲ ਨਾਲ ਇੰਨੀ ਵੱਡੀ ਕੋਈ ਪ੍ਰੋਬਲਮ ਨਹੀਂ ਹੋਊਗੀ। ਇਹ ਮਤਲਬ ਹੁਣ ਕਿਉਂਕਿ ਅਸੀਂ ਚਿੰਤਾ ਦੇ ਦੌਰ ਤੋਂ ਲੰਘ ਰਹੇ ਹਾਂ, ਇਸ ਲਈ ਸਾਨੂੰ ਇੱਦਾਂ ਹੋ ਰਿਹਾ। ਵਰਚੁਅਲ ਕਲਾਸਿਸ ਜਿਹੜੀਆਂ ਹੈਗੀਆਂ ਅਵੇਲੇਬਲ ਹੈਗੀਆਂ, ਇਹ ਦਬਾਅ ਦੇ ਅਧੀਨ ਨਹੀਂ ਆ, ਇਹ ਤੁਹਾਡੀ ਵੋਲੰਟਰੀ ਬੇਸਿਸ 'ਚ ਹੈਗਾ। ਜਿਹੜੇ ਗ੍ਰੇਡ 6 ਤੋਂ ਥੱਲੇ ਬੱਚੇ ਆ ਉਹ 2 ਦਿਨ ਜਾਇਆ ਕਰਨਗੇ ਹਫਤੇ 'ਚ, ਔਰ ਜਿਹੜੇ ਵੱਡੇ ਬੱਚੇ ਆ ਉਹ 1 ਦਿਨ ਜਾਇਆ ਕਰਨਗੇ। ਔਰ ਉਹਨਾਂ ਨੂੰ ਦੂਜੇ ਆਪਣੇ ਦੋਸਤਾਂ ਦੇ ਨਾਲ ਮਿਲਣਾ ਜੁਲਣਾ, ਟੀਚਰ ਦੇ ਨਾਲ ਦੇਖਣਾ, ਰੂਬਰੂ ਹੋਣਾ, ਇਹ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ, ਕਿਉਂਕਿ ਜਿਹੜਾ ਸੋਸ਼ਲ ਲਰਨਿੰਗ ਹੈ ਇਹ ਤਾਂ ਹੀ ਹੁੰਦਾ। ਜਿਹੜਾ ਵਰਚੁਅਲ ਲਰਨਿੰਗ ਆ ਉਹ ਠੀਕ ਆ, ਲੇਕਿਨ ਜਿਹੜਾ ਰੂਬਰੂ ਦੇਖਣਾ ਉਹਦਾ ਅਲੱਗ ਅੰਦਾਜ਼ ਹੁੰਦਾ। ਸੋ ਮੇਰੇ ਹਿਸਾਬ ਦੇ ਨਾਲ ਪੈਰੈਂਟਸ ਜਿਹੜੇ ਹੈਗੇ ਆ ਉਹ ਆਪ ਸਿਆਣੇ ਆ, ਉਹ ਆਪ ਡਿਸੀਜਨ ਲੈ ਸਕਦੇ ਆ। ਤਕਰੀਬਨ 5 ਮੇਰੇ ਖਿਆਲ ਨਾਲ 6000 ਬੱਚਾ ਆਲਰੇਡੀ ਬੀਸੀ 'ਚ ਪੜ੍ਹ ਰਿਹਾ ਸੀ, ਜਿਨ੍ਹਾਂ ਦੇ ਪੈਰੈਂਟਸ ਆਨਲਾਈਨ ਫਰੰਟ 'ਚ ਕੰਮ ਕਰ ਰਹੇ ਸੀ। ਸੋ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਸੀ, ਤਾਂ ਉਹ ਤੇ ਬੱਚੇ ਆਲਰੇਡੀ ਸਕੂਲ ਜਾ ਰਹੇ ਪਿਛਲੇ 2-3 ਮਹੀਨੇ ਤੋਂ। ਸੋ ਇਸ ਲਈ ਉਹਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਕੋਈ ਕੋਵਿਡ ਦਾ ਕੇਸ ਨਹੀਂ ਆਇਆ। ਸੋ ਇਸ ਲਈ ਮੇਰੇ ਹਿਸਾਬ ਦੇ ਨਾਲ ਸਾਨੂੰ ਥੋੜਾ ਜਿਹਾ ਇਹ ਚਿੰਤਾ ਦੇ ਦੌਰ ਤੋਂ ਨਿਕਲ ਕੇ ਪੈਰੈਂਟਸ ਨੂੰ ਥੋੜਾ ਰਿਲੈਕਸ ਹੋਣਾ ਪੈਣਾ। ਬਟ ਅਗਰ ਪੈਰੈਂਟਸ ਚਾਹੁੰਦੇ ਵੀ ਨਹੀਂ ਭੇਜਣਾ, ਕਿਉਂਕਿ ਮਹੀਨਾ ਕੀ ਹੈਗਾ, ਜੂਨ ਦਾ ਹੀ ਮੰਥ ਚੱਲਣਾ ਸਕੂਲ, ਤਾਂ ਉਹ ਵੀ ਠੀਕ ਹੈਗਾ, ਕਿਉਂਕਿ ਸਤੰਬਰ ਤੋਂ ਫਿਰ ਸਕੂਲ ਮੇਰੇ ਖਿਆਲ ਨਾਲ ਪੂਰੇ ਜਿਹੜਾ ਫੁੱਲ ਕੈਪੈਸਿਟੀ 'ਚ ਸ਼ੁਰੂ ਹੋਣਗੇ। ਡਾਕਟਰ ਸਾਹਿਬ, ਜਦੋਂ ਅਸੀਂ ਸ਼ੁਰੂ ਦੇ ਵਿੱਚ ਗੱਲ ਕਰਦੇ ਸੀ ਇਹ ਸਾਰੀ ਬਿਮਾਰੀ ਬਾਰੇ, ਪਹਿਲੇ ਦਿਨ ਤੋਂ ਤੁਸੀਂ ਸਾਰਿਆਂ ਨੂੰ ਅਪਡੇਟ ਕਰਦੇ ਆਏ ਹੋ, ਕੀ ਇਹ ਉਹਦੇ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਰਿਕਵਰ ਕਰ ਰਹੇ ਹਾਂ ਜਿੰਨਾ ਅਸੀਂ ਸੋਚਿਆ ਸੀ ਜਿੱਥੇ ਤੱਕ ਜਾਣਾ, ਜਾਂ ਇਹ ਜਿਹੜੇ ਮਾਡਲ ਸੀਗਾ ਆਸ ਮੁਤਾਬਕ ਹੀ ਉੱਥੇ ਤੱਕ ਜਾ ਰਿਹਾ ਜੀ? ਨਹੀਂ, ਬੀਸੀ ਦਾ ਜਿਹੜਾ ਮਾਡਲ ਹੈਗਾ ਉਹ ਤੇ ਪੂਰੇ ਨਾਰਥ ਅਮਰੀਕਾ, ਪੂਰੇ ਯੂਰਪ 'ਚ ਸਭ ਤੋਂ ਵਧੀਆ ਜੀ। ਕੁਛ ਇੱਕ ਕੰਟਰੀਆਂ ਹੈਗੀਆਂ, ਤਾਇਵਾਨ ਆ, ਸਿੰਗਾਪੁਰ ਆ, ਜਾਪਾਨ ਆ, ਜਾਂ ਈਵਨ ਤੁਸੀਂ ਲੈ ਲਓ ਵੀ ਆਪਾਂ ਇੰਡੀਆ ਦੀ ਗੱਲ ਕਰ ਲਈ, ਅਫਰੀਕਾ ਦੀ, ਉੱਥੇ ਰੇਟ ਘੱਟ ਹੈਗਾ, ਡੈਥ ਘੱਟ ਹੈਗੇ। ਬਟ ਅਗਰ ਆਪਾਂ ਵਿਕਸਿਤ ਮੁਲਕਾਂ ਦੀ ਗੱਲ ਕਰ ਲਈਏ ਤੇ ਬ੍ਰਿਟਿਸ਼ ਕੋਲੰਬੀਆ ਨੇ ਵਧੀਆ ਕੀਤਾ, ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸਾਥ ਦਿੱਤਾ। ਹੋ ਸਕਦਾ ਇੱਥੇ ਜਿਹੜਾ ਵਾਇਰਸ ਦਾ ਜਿਹੜਾ ਕਿਉਂਕਿ ਵਾਇਰਸ ਮਿਊਟੇਟ ਹੋ ਚੁੱਕਿਆ, ਵੱਖ-ਵੱਖ ਪਾਸੇ ਵੱਖ-ਵੱਖ ਉਹਦਾ ਮੂੰਹ ਮਾਂਦਰਾ ਉਹ ਚੇਂਜ ਕਰਦਾ ਰਹਿੰਦਾ। ਇੱਥੇ ਲੈਸ ਵਿਰੂਲੈਂਟ, ਵਿਰੂਲੈਂਸ ਦਾ ਮਤਲਬ ਹੁੰਦਾ ਵੀ ਘਾਤਕ। ਜਿਹੜਾ ਸਾਨੂੰ ਲੱਗਦਾ ਮੌਂਟਰੀਅਲ, ਓਨਟਾਰੀਓ, ਨਿਊਯਾਰਕ ਉਹ ਜ਼ਿਆਦਾ, ਔਰ ਯੂਰਪ 'ਚ ਜ਼ਿਆਦਾ ਘਾਤਕ ਸੀ, ਇੱਥੇ ਉਹ ਇੰਨਾ ਘਾਤਕ ਨਹੀਂ ਆ। ਔਰ ਸ਼ਾਇਦ ਹਿੰਦੁਸਤਾਨ 'ਚ ਵੀ ਜਿਹੜਾ ਹੈਗਾ ਲੈਸ ਵਿਰੂਲੈਂਟ ਹੈਗਾ। ਲੇਕਿਨ ਇੱਕ ਗੱਲ ਜਿਹੜੀ ਹੈਗੀ ਹੈ ਨਾ, ਸਾਰਸ ਜਦੋਂ ਹੋਇਆ ਸੀ ਉਦੋਂ ਤਾਇਵਾਨ ਦੇ ਨਾ ਕੰਨਾਂ ਨੂੰ ਲੱਗ ਗਏ ਸੀ ਹੱਥ। ਜਦੋਂ ਪਹਿਲੋਂ ਹੀ ਦਸੰਬਰ ਦੇ ਐਂਡ 'ਚ ਚਾਈਨਾ ਨੇ ਡਿਕਲੇਅਰ ਕੀਤਾ ਵੀ ਕੁਝ ਨਿਮੋਨੀਆ ਹੋ ਰਿਹਾ, ਉਦੋਂ ਦੱਸ ਨਹੀਂ ਰਹੇ ਸੀ ਵੀ ਹਿਊਮਨ ਟੂ ਹਿਊਮਨ ਟ੍ਰਾਂਸਮਿਟ ਹੋ ਰਿਹਾ, ਲੇਕਿਨ ਤਾਇਵਾਨ ਨੇ ਉਦੋਂ ਹੀ ਸਾਰਾ ਕੁਝ ਲੋਕਡਾਊਨ ਕਰਤਾ ਸੀ। ਆਪਣਾ ਸੀ, ਆਪਣਾ 에ਅਰ, ਆਪਣੀ ਰੋਡਸ ਸਾਰਿਆਂ ਨੂੰ ਲੋਕਡਾਊਨ ਕਰਕੇ, ਔਰ ਜਿਹੜਾ ਵੀ ਵਿਅਕਤੀ ਹੁੰਦਾ ਸੀ 에ਅਰਪੋਰਟ ਤੇ, ਕੋਈ ਵੀ ਪੋਰਟ ਤੋਂ ਹੁੰਦਾ ਸੀ, ਉਹਨਾਂ ਦਾ ਉਹਦਾ ਪ੍ਰੋਪਰ ਚੈੱਕਅਪ ਹੁੰਦਾ ਸੀ, ਪ੍ਰੋਪਰ ਟੈਂਪਰੇਚਰ, ਪ੍ਰੋਪਰ ਉਹਨੂੰ ਕੁਆਰੰਟਾਈਨ ਕੀਤਾ ਜਾਂਦਾ ਸੀ। ਇਸ ਲਈ ਤੁਸੀਂ ਦੇਖੋ ਉਹ 23-24 ਮਿਲੀਅਨ ਦੀ ਕੰਟਰੀ, ਸਿਰਫ 7 ਮੌਤਾਂ ਹੋਈਆਂ ਸਿਰਫ ਉੱਥੇ, ਔਰ ਉਹਨਾਂ ਨੇ ਮਾਸਕ ਡੇ 1 ਤੋਂ ਸ਼ੁਰੂ ਕੀਤੇ ਸੀ। ਸੋ ਸਾਨੂੰ ਇਹਦੇ ਵਿੱਚ ਲਰਨਿੰਗ ਐਕਸਪੀਰੀਅੰਸ ਵੀ ਹੈਗਾ। ਹੁਣ ਪਿਛਲੇ 1 ਦਿਨ ਤੋਂ ਹੀ ਅਸੀਂ ਮਾਸਕ ਦਾ ਜਿਹੜਾ ਹੈਗਾ ਉਹਦਾ ਸਾਰਾ ਜਿਹੜਾ ਹੈਗਾ ਕਹਿ ਰਹੇ ਪਾਓ ਪਾਓ ਪਾਓ, ਲੇਕਿਨ ਕਈ ਕੰਟਰੀਆਂ ਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਸੀ। ਸੋ ਅਗੇਨ ਲਰਨਿੰਗ ਐਕਸਪੀਰੀਅੰਸ ਹੈ, ਕਿਉਂਕਿ ਇਹ ਵਾਇਰਸ ਦੇ ਲਈ ਸਾਨੂੰ ਪਹਿਲਾਂ ਪਤਾ ਨਹੀਂ ਸੀ ਕਿੱਦਾਂ ਹੈਂਡਲ ਕਰਨਾ। ਹੁਣ ਸਾਨੂੰ ਪਤਾ ਲੱਗ ਰਿਹਾ ਵੀ ਇਹ ਵਾਇਰਸ ਨੂੰ ਆਪਾਂ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਹੈਂਡਲ ਕਰ ਸਕਦੇ, ਕਿਉਂਕਿ ਮੇਬੀ ਸੈਕੰਡ ਵੇਵ ਵਾਸਤੇ ਵੀ ਸਾਨੂੰ ਪ੍ਰੀਪੇਅਰ ਹੋਣਾ ਪੈਣਾ।
ਡਾਕਟਰ ਸਾਹਿਬ ਇੱਕ ਗੱਲ ਹੋਰ ਸਪਸ਼ਟ ਕਰਿਓ, ਜਦੋਂ ਸ਼ੁਰੂ ਦੇ ਵਿੱਚ ਅਸੀਂ ਇਸ ਵਾਇਰਸ ਬਾਰੇ ਸੁਣਿਆ, ਵੁਹਾਨ ਸ਼ਹਿਰ ਦੇ ਵਿੱਚ ਖਬਰਾਂ ਆਈਆਂ ਕਿ ਕਰੋਨਾ ਵਾਇਰਸ ਆ, ਵੀ ਇਹ ਇੱਕ ਨਵੀਂ ਚੀਜ਼ ਸਾਡੇ ਸਾਹਮਣੇ ਆ ਗਈ ਆ, ਉਹਦੇ ਤੋਂ ਬਾਅਦ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਜ਼ੋਲ ਦੀ ਬੋਤਲਾਂ ਪਾ ਦਿੱਤੀਆਂ ਕਿ ਦੇਖੋ ਇਹਦੇ ਤੇ ਪਹਿਲਾਂ ਹੀ ਲਿਖਿਆ ਵੀ ਇਹ ਕਰੋਨਾ ਵਾਇਰਸ ਨੂੰ ਮਾਰਦੀ ਹੈ, ਸੋ ਇਹਦਾ ਮਤਲਬ ਇਹ ਨਵਾਂ ਕਿੱਦਾਂ ਹੋਇਆ। ਦੂਜੀ ਗੱਲ, ਕੀ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਵਾਇਰਸ ਵੱਖ-ਵੱਖ ਆ? ਜਿਵੇਂ ਕੁਝ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਆ, ਨੇਪਾਲ ਕਹਿ ਰਿਹਾ ਕਿ ਜਿਹੜਾ ਭਾਰਤ ਵੱਲੋਂ ਵਾਇਰਸ ਆ ਰਿਹਾ ਇਹ ਜ਼ਿਆਦਾ ਖਤਰਨਾਕ ਆ, ਚੀਨ ਵਾਲਾ ਉਨਾ ਖਤਰਨਾਕ ਨਹੀਂ ਸੀ, ਜਾਂ ਕੀ ਇਹ ਜੇ ਸਾਰੇ ਦੇਸ਼ਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਮਿਊਟੇਟ ਹੋ ਚੁੱਕਿਆ, ਇਹ ਵੱਖ-ਵੱਖ ਆ ਅਤੇ ਫਿਰ ਇਹਦੀ ਵੈਕਸੀਨ ਵੀ ਅਲੱਗ-ਅਲੱਗ ਆਊਗੀ ਜਾਂ ਇੱਕ ਦਵਾਈ ਸਾਰਿਆਂ 'ਤੇ ਕੰਮ ਕਰ ਜੂਗੀ? ਗੁੱਡ ਕੁਐਸਚਨ ਜਿਹੜਾ ਹੈਗਾ ਵੈਕਸੀਨ ਦਾ। ਵਾਕਈ ਸਾਨੂੰ ਨਾ ਪਹਿਲੋਂ 6 ਕਿਸਮ ਦੇ ਕਰੋਨਾ ਵਾਇਰਸ ਦੀ ਬੋਧ ਹੈਗਾ ਸੀ, ਇਹ 7ਵਾਂ ਹੈਗਾ, ਇਸ ਲਈ ਇਹਦਾ ਨੋਵੋ ਅਸੀਂ ਨਾਂ ਰੱਖਿਆ ਸੀ ਪਹਿਲੋਂ, ਫਿਰ ਕੋਵਿਡ-19। ਹੁਣ ਇਹ ਵੀ ਆਪਣਾ ਕਰੀਬਨ 8 ਵਾਰੀ ਮੂੰਹ ਮਾਤਰਾ ਬਦਲ ਚੁੱਕਿਆ ਔਰ 100 ਵਾਰੀ ਛੋਟੇ ਮਾਈਨਰ ਚੇਂਜਸ ਕਰ ਚੁੱਕਿਆ। ਔਰ ਹਮੇਸ਼ਾ ਇਹ ਵਾਇਰਸਿਸ 'ਚ ਅਸੀਂ ਦੇਖਦੇ ਹਾਂ, ਇਨਫਲੂਐਂਜ਼ਾ 'ਚ ਵੀ ਦੇਖਦੇ ਹਾਂ, ਦੂਜੇ ਵਾਇਰਸ 'ਚ ਵੀ ਦੇਖਦੇ ਹਾਂ। ਹੁਣ ਜਦੋਂ ਵੈਕਸੀਨ ਦੀ ਗੱਲ ਚੱਲਦੀ ਆ, ਉਹ ਵਾਇਰਸ ਦੇ ਵੱਖ-ਵੱਖ ਪੋਰਸ਼ਨ ਲੈ ਕੇ ਚੱਲਦੀ ਆ, ਲੇਕਿਨ ਜਿਹੜਾ ਇਹਦਾ ਸਪਾਈਕ ਹੁੰਦਾ ਜਿਹਦੇ ਨਾਲ ਇਹ ਸੈੱਲ ਦੇ ਉੱਤੇ ਜਾ ਕੇ ਆਪਣਾ RNA ਵਿੱਚੋਂ ਰਿਲੀਜ਼ ਕਰ ਮੈਨੂੰ ਲੱਗਦਾ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ ਸਾਡੇ ਕਨੈਕਸ਼ਨ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ ਦੁਬਾਰਾ ਸਾਡੇ ਨਾਲ ਜੁੜਦੇ ਨੇ। ਵਾਕਈ ਦੋਸਤੋ ਇਹ ਬੜੇ ਗੰਭੀਰ ਕੁਐਸਚਨ ਨੇ ਇਹ ਜਿਹੜੇ ਸਾਡੇ ਸਾਹਮਣੇ ਨੇ ਕਿ ਡਾਕਟਰ ਸਾਹਿਬ ਸਾਡੇ ਨਾਲ ਵਾਪਸ ਆ ਚੁੱਕੇ ਨੇ। ਡਾਕਟਰ ਸਾਹਿਬ ਫਿਰ ਤੋਂ ਸਵਾਗਤ ਜੀ। ਹਾਂਜੀ, ਸੋ ਜਿਹੜੇ ਸਪਾਈਕ ਹੈਗਾ ਉਹਦੇ ਵਿੱਚੋਂ RNA ਜਿਹੜਾ ਹੈਗਾ ਸੈੱਲ ਤੇ ਜਾਂਦਾ, ਤੇ ਉਹ ਸਪਾਈਕ ਪ੍ਰੋਟੀਨ ਤੇ ਸੇਮ ਹੀ ਆ ਸਾਰੇ ਵਾਇਰਸ 'ਚ, ਭਾਵੇਂ ਮਿਊਟੇਟ ਹੋਇਆ। ਔਰ ਮੋਸਟਲੀ ਉਹ ਟਾਰਗੇਟ ਕਰ ਰਹੇ ਵੈਕਸੀਨ ਬਣਾਉਣ ਵਾਲੇ ਵੀ ਅਸੀਂ ਉਹਦੇ ਉੱਤੇ ਬਣਾਈਏ। ਜਿਹੜਾ ਮੋਡਰਨਾ ਦੀ ਸੀ ਉਹ ਮੈਸੇਂਜਰ RNA 'ਚ ਹੈਗੀ ਆ, ਜਿਹੜੀ ਆਕਸਫੋਰਡ ਦੀ ਆ ਉਹ ਜ਼ਿਆਦਾ ਸਪਾਈਕ ਪ੍ਰੋਟੀਨ 'ਚ, ਲੇਕਿਨ ਕੁਝ ਕੰਪਨੀਆਂ ਨੇ ਅਜੇ ਡੇਟਾ ਰਿਲੀਜ਼ ਨਹੀਂ ਕੀਤਾ, ਇਸ ਲਈ ਵੱਖ-ਵੱਖ ਜਿਹੜੇ ਵੈਕਸੀਨ ਮੈਨੂਫੈਕਚਰ ਉਹ ਵੱਖ-ਵੱਖ ਵਾਇਰਸ ਦੇ ਏਰੀਆ 'ਚ ਬਣਾ ਰਹੇ ਆ। ਲੇਕਿਨ ਮੈਂ ਇੱਥੇ ਫਿਰ ਵੀ ਕਹਿ ਰਿਹਾ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਹੁਣ ਐਡੀਨੋ ਵਾਇਰਸ ਹੈਗਾ, ਉਹ ਬਿਲਕੁਲ ਰਲਦਾ ਮਿਲਦਾ, ਉਹਨੂੰ ਲੈ ਕੇ ਵੀ ਵੈਕਸੀਨ ਬਣਾਈ ਜਾ ਰਹੀ ਆ। ਸੋ ਸਾਨੂੰ ਨਹੀਂ ਪਤਾ ਵੀ ਸਕਸੈਸ ਮਿਲੂਗੀ ਕਿ ਨਹੀਂ ਮਿਲੂਗੀ। ਇਹ ਜਿਹੜੀ ਅਰਲੀ ਨਿਊਜ਼ ਹੈਗੀ ਬਹੁਤ ਜੰਪ ਕਰਨ ਵਾਲੇ ਨਹੀਂ ਆ ਵੀ ਬਹੁਤ ਸਕਸੈਸ ਮਿਲ ਗਈ। ਅਜੇ ਬੜਾ ਲੰਬਾ ਦੌਰ ਚੱਲਣਾ, ਸਾਲ 1.5 ਸਾਲ ਬਾਅਦ ਸਾਨੂੰ ਅਸਲੀ ਤੱਤ ਪਤਾ ਲੱਗਣਗੇ। ਇੱਕ ਮੇਰਾ ਨਾ ਫਰੈਂਡ ਹੈਗਾ ਨਿਊਟ੍ਰੀਸ਼ਨਿਸਟ, ਉਹਨੇ ਦੱਸਿਆ ਵੀ ਕੁਝ ਇੱਕ ਫੂਡ ਜਿਹੜੇ ਹੈਗੇ ਆ ਤੁਹਾਡੇ ਮੂਡ ਵਾਸਤੇ ਹੈਲਪ ਕਰ ਸਕਦੇ ਆ। ਅਗਰ ਤੁਹਾਨੂੰ ਚਿੰਤਾ ਹੈਗੀ ਆ ਤੇ ਜ਼ਿਆਦਾ ਓਟ ਮੀਲ ਖਾਓ। ਅਗਰ ਤੁਹਾਡਾ ਮੂਡ ਜਿਹੜਾ ਹੈਗਾ ਲੋ ਜਾਂਦਾ ਤਾਂ ਉਦੋਂ ਜਿਹੜਾ ਵਾਲਨਟ ਨਹੀਂ ਹੁੰਦਾ, ਅਖਰੋਟ, ਉਹ ਜ਼ਿਆਦਾ ਖਾਓ। ਅਗਰ ਤੁਹਾਡੇ ਮਤਲਬ ਹੈਗਾ ਵੀ ਗੁੱਸਾ ਚੜਦਾ ਤਾਂ ਫਿਰ ਜਿਹੜੇ ਬੀ ਹੁੰਦੇ ਆ, ਪੰਪਕਿਨ ਸੀਡ ਆ, ਉਹ 'ਚ ਮੈਗਨੀਸ਼ੀਅਮ ਜ਼ਿਆਦਾ ਹੁੰਦਾ, ਉਹ ਖਾਓ। ਅਗਰ ਤੁਹਾਨੂੰ ਉੱਦਾਂ ਹੀ ਨੀਂਦ ਨਹੀਂ ਆਉਂਦੀ, ਤੁਹਾਨੂੰ ਚਿੰਤਾ ਹੈਗੀ ਆ, ਤੁਹਾਨੂੰ ਡਿਪਰੈਸ਼ਨ ਫੀਲ ਹੋ ਰਿਹਾ, ਚਾਕਲੇਟ ਜਿਹੜਾ ਹੈਗਾ ਉਹ ਵੀ ਹੈਲਪ ਕਰ ਸਕਦਾ, ਕਿਉਂਕਿ ਉਹ ਟ੍ਰਿਪਟੋਫੈਨ ਤੇ ਸੈਰੋਟੋਨਿਨ ਨੂੰ ਬਿਲਡ ਕਰਦਾ। ਸੋ ਐਕਚੁਅਲੀ ਕਈ ਫੂਡ ਜਿਹੜੇ ਹੈਗੇ ਨੈਚੁਰਲੀ ਉਹ ਵੀ ਇਸ ਦੌਰਾਨ 'ਚ ਹੈਲਪ ਕਰ ਸਕਦੇ ਆ। ਦੂਜੀ ਗੱਲ ਹੈਗੀ ਆ ਵੀ ਦੇਖੋ, ਇਹ ਹੁਣ ਅਸੀਂ ਕਿਸੇ ਨੇ ਨਹੀਂ ਸੋਚਿਆ ਸੀ ਇਹੋ ਜਿਹਾ ਸਮਾਂ ਆਊਗਾ, ਨਾ ਹੀ ਸਾਡੀ ਲਾਈਫ 'ਚ ਇਹੋ ਜਿਹਾ ਪਹਿਲੋਂ ਕੋਈ ਸਿਨੈਰੀਓ ਆਇਆ। ਅਸੀਂ ਜੋ ਰੈਫਰੈਂਸ ਲੈਂਦੇ ਆ ਉਹ ਸਪੈਨਿਸ਼ ਫਲੂ 'ਚ ਲੈਂਦੇ ਆ, ਜਿਹੜਾ 100 ਸਾਲ ਪਹਿਲੋਂ ਹੋਇਆ ਸੀ, ਔਰ ਉਹਦੇ ਆਧਾਰ ਦੇ ਉੱਤੇ ਜਦੋਂ ਅਸੀਂ ਦੇਖ ਰਹੇ ਹਾਂ ਜਿਸ ਹਿਸਾਬ ਨਾਲ ਇੰਨਾ ਹਾਈਲੀ ਇਨਫੈਕਸ਼ੀਅਸ ਆ, ਇਸ ਲਈ ਸੈਕਿੰਡ ਜਾਂ ਮੇਬੀ ਥਰਡ ਵੇਵ ਆਉਣ ਦੀ ਵੀ ਸੰਭਾਵਨਾ ਹੈਗੀ ਹੈ। ਡਾਕਟਰ ਸਾਹਿਬ ਇੱਕ ਕੁਐਸਚਨ ਜਿਹੜਾ ਪਹਿਲਾਂ ਵੀ ਬਹੁਤ ਵਾਰੀ ਪੁੱਛਿਆ, ਉਹਦੇ ਬਾਰੇ ਅਸੀਂ ਫਿਰ ਅਪਡੇਟ ਚਾਹਾਂਗੇ ਕਿ ਹੁਣ ਇਸ ਗੱਲ ਬਾਰੇ ਕੋਈ ਗੱਲ ਸਾਹਮਣੇ ਆਈ ਵੀ ਇਹ ਨੈਚੁਰਲ ਵਾਇਰਸ ਆ ਜਾਂ ਲੈਬ ਦੇ ਵਿੱਚ ਬਣਾਇਆ ਗਿਆ ਜੀ? ਇਹਦੇ ਉੱਤੇ ਕਾਫੀ ਰਿਸਰਚ ਹੋ ਗਿਆ, ਕਾਫੀ ਏਜੰਸੀਆਂ ਨੇ ਹੁਣ ਦੱਸਤਾ ਵੀ ਇਹ ਨੈਚੁਰਲੀ ਹੀ ਜੰਪ ਹੋਇਆ, ਔਰ ਇਹ ਜਿਵੇਂ ਚਮਗਿੱਦੜ ਤੋਂ ਪੈਂਗੂਲਿਨ ਜਿਹੜਾ ਕੀੜੀਆਂ ਖਾਂਦਾ ਇੱਕ ਜਾਨਵਰ ਹੁੰਦਾ ਉੱਤੇ ਆਇਆ, ਉਸ ਤੋਂ ਫਿਰ ਜਿਹੜਾ ਹੈਗਾ ਸਾਡੇ ਹਿਊਮਨ 'ਚ ਆਇਆ, ਔਰ ਕਾਫੀ ਵਾਰ ਇਹਨੂੰ ਜ਼ੂਨੋਟਿਕ ਕਹਿੰਦੇ ਆ, ਜਿਹੜਾ ਐਨੀਮਲ ਤੋਂ ਹਿਊਮਨ 'ਚ ਸਪਰੈਡ ਹੋਏ। ਔਰ ਜਿਹੜਾ ਲੈਬ ਮੈਨੂਫੈਕਚਰਿੰਗ ਦੀ ਉਹ ਥਿਊਰੀ ਜਿਹੜੀ ਹੈਗੀ ਥੱਲੇ ਨੂੰ ਜਾ ਰਹੀ ਆ, ਔਰ ਮੇਰੇ ਖਿਆਲ ਨਾਲ ਉਹ 1-2 ਵੀਡੀਓ ਸੀ ਜਿਹੜੀ ਕਨਸਪੀਰੇਸੀ ਦੇ ਆਧਾਰ ਤੇ ਚੱਲੀਆਂ, ਲੇਕਿਨ ਉਹਦਾ ਜਦੋਂ ਤੱਤ ਐਨਾਲਾਈਜ਼ ਕੀਤਾ ਗਿਆ ਵੱਡੇ ਸਾਇੰਟਿਸਟ ਆਲ ਓਵਰ ਦਾ ਵਰਲਡ, ਇਹ ਉਹਨਾਂ ਦੀ ਧਾਰਨਾ ਇਹੀ ਆ ਵੀ ਇਹ ਨੈਚੁਰਲ ਹੈਗਾ ਜੀ। ਤੇ ਡਾਕਟਰ ਸਾਹਿਬ ਹੁਣ ਲੋਕ ਇੱਕ ਗੱਲ ਤੋਂ ਹੋਰ ਡਰੇ ਪਏ ਆ ਵੀ ਜਿੱਦਾਂ ਪਹਿਲਾਂ ਇਹ ਆ ਗਿਆ ਜੀ ਸੈਕੰਡ ਵੇਵ ਦੀ, ਜਦੋਂ ਗੱਲਬਾਤ ਕਰਦੇ ਆ ਕਿ ਜੇ 3-4 ਮਹੀਨੇ ਦਾ ਸਮਾਂ ਹੈਗਾ, ਇਸ ਸਮੇਂ ਦੇ ਵਿੱਚ ਉਹ ਕੁਛ ਕਰ ਸਕਦੇ ਆ ਵੀ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੋ ਜਾਏ, ਕੋਈ ਦੇਸੀ ਚੀਜ਼ਾਂ ਜਾਂ ਕੋਈ ਦਵਾਈ ਖਾ ਕੇ ਕਿਸੇ ਤਰੀਕੇ ਦੇ ਨਾਲ ਵੀ ਇਮਿਊਨ ਹੋ ਜਾਣ ਕਿ ਵਾਇਰਸ ਹਮਲਾ ਨਾ ਕਰੇ? ਨਾ, ਕੋਈ ਵੀ ਚੀਜ਼ ਨਹੀਂ ਹੈਗੀ। ਇਮਿਊਨਿਟੀ ਜਿਹੜੀ ਹੈਗੀ ਹੈ ਇੱਦਾਂ ਨਹੀਂ ਹੈਗੀ ਵੀ ਇਹਦਾ ਬਟਨ ਹੁੰਦਾ ਵੀ ਔਨ ਕਰਤਾ ਤੇ ਇਮਿਊਨਿਟੀ ਔਨ ਹੋ ਗਈ। ਇਹ ਲਾਈਫ ਸਟਾਈਲ ਦੇ ਉੱਤੇ ਡਿਪੈਂਡ ਹੁੰਦੀ ਆ, ਜਿਹਦੇ ਵਿੱਚ ਤੁਹਾਡਾ ਵੇਟ ਠੀਕ ਹੋਣਾ ਚਾਹੀਦਾ, ਨੀਂਦ 7 ਘੰਟੇ, 1 ਘੰਟਾ ਐਕਸਰਸਾਈਜ਼, ਔਰ
ਚੜ੍ਹਦੀ ਕਲਾ ਦਾ ਭਾਵਨਾ ਜਿਹੜਾ ਮਨ ਹੈਗਾ ਉਹਨੂੰ ਖੁਸ਼ ਰੱਖਣ ਨਾਲ, ਕਿਉਂਕਿ ਜਦੋਂ ਤੁਸੀਂ ਚਿੰਤਾ 'ਚ ਗਏ ਤੁਹਾਡਾ ਇਮਿਊਨ ਸਿਸਟਮ ਡਾਊਨ ਹੋ ਜਾਂਦਾ। ਔਰ ਇਹਦੇ ਵਿੱਚ ਕੋਈ ਵੀ ਦਵਾਈ ਨਹੀਂ ਆ, ਨਾ ਕੋਈ ਦੇਸੀ ਨਾ ਕੋਈ ਹੋਰ ਨੁਕਸਾ ਹੈਗਾ ਵੀ ਜਿਹੜਾ ਤੁਹਾਡਾ ਇਮਿਊਨ ਸਿਸਟਮ ਨੂੰ ਬਰਕਰਾਰ ਰੱਖ ਸਕਦਾ। ਤੁਹਾਡੇ ਘਰ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਮੌਜੂਦ ਹੈਗੀਆਂ ਉਹ ਅੱਛੀ ਤਰ੍ਹਾਂ ਤੁਸੀਂ ਲਓ। ਜਿੱਦਾਂ ਮਿਰਚਾਂ ਹੈਗੀਆਂ, ਅਦਰਕ ਹੈਗਾ, ਲਸਣ ਹੈਗਾ, ਇਹ ਐਂਟੀ ਇਨਫਲੇਮੇਟਰੀ, ਖਾਲੀ ਇਨਫਲੇਮੇਸ਼ਨ ਦੀ ਗੱਲ ਕਰਦਾ, ਇਮਿਊਨ ਸਿਸਟਮ ਨੂੰ ਹੈਲਪ ਨਹੀਂ ਕਰਦਾ। ਅਗਰ ਅੰਦਰ ਥੋੜੀ ਬਹੁਤ ਸੋਜ ਹੁੰਦੀ ਇਹਨੂੰ ਰਿਪੇਅਰ ਵੇਅਰ ਐਂਡ ਟੇਅਰ 'ਚ ਹੈਲਪ ਕਰਦਾ। ਸੋ ਇੱਕ ਲਾਈਫ ਸਟਾਈਲ ਡਿਪੈਂਡੈਂਟ ਹੈਗਾ। ਔਰ ਜਿੰਨਾ ਤੁਸੀਂ ਆਪਣੀ ਬੋਡੀ ਨੂੰ ਇੱਕ ਮੰਦਰ ਦੇ ਵਿਆਈ, ਇੱਕ ਗੁਰਦੁਆਰੇ ਦੇ ਨਿਆਈ ਰੱਖੋਗੇ, ਉਹਨਾਂ ਤੁਹਾਡਾ ਇਮਿਊਨ ਸਿਸਟਮ ਠੀਕ ਰਹੇਗਾ। ਦੇਖੋ ਗੁਰਦੁਆਰੇ 'ਚ ਅਸੀਂ ਗੰਦ ਨਹੀਂ ਪੈਣ ਦਿੰਦੇ, ਉੱਥੇ ਸ਼ਾਂਤੀ ਹੁੰਦੀ ਆ, ਉੱਥੇ ਸਿਮਰਨ ਹੁੰਦਾ। ਸੋ ਅੰਦਰ ਵੀ ਜਿਹੜੀ ਹੈਗੀ ਸ਼ਾਂਤੀ ਚਾਹੀਦੀ ਆ, ਮਨ ਨੂੰ ਵੀ ਸ਼ਾਂਤੀ ਚਾਹੀਦੀ ਆ, ਅੰਦਰ ਗੰਦਗੀ ਨਹੀਂ। ਗੰਦਗੀ ਤਾਂ ਮੇਰੀ ਮੁਰਾਦ ਸੀ ਸ਼ਰਾਬ, ਸਿਗਰਟ, ਡਰੱਗਸ। ਸੋ ਇਹ ਵੀ ਨਹੀਂ ਅੰਦਰ ਸਰੀਰ ਤੇ ਪਾਉਣਾ। ਡਾਕਟਰ ਸਾਹਿਬ, ਜਿਹੜਾ ਮੈਡੀਟੇਸ਼ਨ ਆ ਜਾਂ ਇਹਦੇ ਨਾਲ ਫਿਜ਼ੀਕਲ ਇਮਿਊਨਿਟੀ ਨੂੰ ਕੋਈ ਫਰਕ ਪੈਂਦਾ? ਬਿਲਕੁਲ। ਜਿਹੜਾ ਮੈਡੀਟੇਸ਼ਨ, ਦੇਖੋ ਮੈਂ ਹਮੇਸ਼ਾ ਕਹਿੰਦਾ ਮੈਡੀਟੇਸ਼ਨ ਕਰੋ, ਨਹੀਂ ਤੇ ਮੈਡੀਕੇਸ਼ਨ ਦੀ ਲੋੜ ਪੈ ਜਾਊਗੀ। ਕਿਉਂਕਿ ਮੈਡੀਕੇਸ਼ਨ ਜਿਹੜਾ ਹੈਗਾ ਉਹ ਸੈਕੰਡ ਸਟੇਜ ਹੁੰਦਾ, ਮੈਡੀਟੇਸ਼ਨ ਪ੍ਰੀਵੈਂਟਿਵ ਸਟੇਜ ਹੁੰਦਾ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਸਾਧਨਾ ਦੇ ਨਾਲ ਬ੍ਰੇਨ ਦੇ ਵਿੱਚ ਅਸੀਂ ਨਿਊਰੋ ਟਰਾਂਸਮੀਟਰ ਜਨਰੇਟ ਕਰਦੇ ਹਾਂ, ਸੈਰੋਟੋਨਿਨ, ਆਕਸੀਟੋਸਿਨ, ਡੋਪਾਮਾਈਨ, ਤੇ ਫਿਰ ਸਾਡਾ ਐਂਡੋਰਫਿਨ ਸਿਸਟਮ ਵੀ ਬੁਲੰਦ ਹੋ ਜਾਂਦਾ, ਜਿਹਦੇ ਨਾਲ ਸਾਨੂੰ ਕੋਈ ਵੀ ਫਾਈਟ ਔਰ ਫਲਾਈਟ ਰਿਸਪੌਂਸ 'ਚ ਨੈਗੋਸ਼ੀਏਟ ਕਰਨ 'ਚ ਉਸ ਦੁਬਿਧਾ ਤੋਂ ਲੰਘਣ ਦੀ ਸ਼ਮਤਾ ਮਿਲਦੀ ਆ। ਨਾਲ ਹੀ ਸਾਡਾ ਜਿਹੜਾ ਇਮਿਊਨ ਸਿਸਟਮ ਹੈਗਾ ਉਹ ਟ੍ਰਿਗਰ ਹੁੰਦਾ। ਰਿਸਰਚ ਹੋਈਆਂ ਵੀ ਸੰਗਤੀ ਰੂਪ 'ਚ, ਜਿੱਦਾਂ ਹੁਣ ਆਪਾਂ ਗੁਰਦੁਆਰੇ ਸਾਹਿਬ ਸਿਮਰਨ ਕਰਦੇ ਹਾਂ, ਸੰਗਤੀ ਰੂਪ 'ਚ ਕਰੀਏ ਤਾਂ ਐਂਪਲੀਫਾਈ ਹੋ ਕੇ ਸਾਡੇ ਥੁੱਕ ਦੇ ਵਿੱਚ ਜਿਹੜਾ IgA ਲੈਵਲ ਹੁੰਦਾ, ਜਿਹੜਾ ਸਾਡਾ ਨੱਕ, ਗਲਾ, ਲੰਗਸ ਨੂੰ ਪ੍ਰੋਟੈਕਟ ਕਰਦਾ ਇਮਿਊਨ ਸਿਸਟਮ, ਉਹਦੀ ਮਾਤਰਾ 600 ਟਾਈਮਸ ਵੱਧ ਜਾਂਦੀ ਆ। ਸੋ ਇਸ ਲਈ ਸੰਗਤ ਦੀ ਮਹਿਮਾ ਜਿਹੜੀ ਹੈਗੀ ਸਾਇੰਸ ਵੀ ਪ੍ਰੂਵ ਕਰ ਰਿਹਾ। ਸੋ ਸਤ ਸੰਗਤ ਮਿਲੇ ਸੋ ਤਰਿਆ, ਮਿਲ ਮੇਰੇ ਮਾਧੋ ਜੀ। ਡਾਕਟਰ ਸਾਹਿਬ, ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੋਈ ਸੁਨੇਹਾ ਜੀ? ਦੇਖੋ, ਕੱਲ ਨਾਸਾ ਨੇ ਡਿਕਲੇਅਰ ਕੀਤਾ ਵੀ ਪੈਰਲਲ ਯੂਨੀਵਰਸ ਐਗਜ਼ਿਸਟ ਕਰਦਾ। ਇੱਕ ਤਾਂ ਸਾਡਾ ਬ੍ਰਹਮੰਡ ਹੈ ਨਾ, ਉਹ ਜਿਹਾ ਇੱਕ ਹੋਰ ਬ੍ਰਹਮੰਡ ਵੀ ਪੈਰਲਲ ਐਗਜ਼ਿਸਟ ਕਰ ਰਿਹਾ। ਤੇ ਮਹਾਰਾਜ ਨੇ 5ਵੇਂ ਅੰਗ 'ਚ ਖੁਦ ਪਹਿਲੋਂ ਆਖਿਆ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਬੇਅੰਤ ਨੇ, ਸਾਇੰਸ ਵੀ ਹੁਣ ਇਹਨੂੰ ਲੱਭ ਰਹੀ ਆ। ਸੋ ਬੇਅੰਤ ਦੇ ਨਾਲ ਜੁੜਨ ਵਾਸਤੇ ਤੁਹਾਨੂੰ ਸਿਮਰਨ ਸਾਧਨਾ ਦੇ ਵਿੱਚ ਆਉਣਾ ਪੈਣਾ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੋ ਬਾਣੀ ਦੇ ਨਾਲ ਜੁੜੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਅਗਲੇ ਹਫਤੇ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਬਹੁਤ ਵਿਸਤਾਰ ਦੇ ਵਿੱਚ ਸਾਡੇ ਨਾਲ ਹਮੇਸ਼ਾ ਉਹ ਗੱਲਬਾਤ ਕਰਦੇ ਨੇ ਇਸ ਵਾਇਰਸ ਦੇ ਬਾਰੇ, ਸਾਡੀ ਜਨਰਲ ਹੈਲਥ ਬਾਰੇ, ਸਾਡੀ ਜਿਹੜੀ ਮਾਨਸਿਕ ਸਿਹਤ ਆ ਉਹਦੇ ਬਾਰੇ ਸਾਨੂੰ ਅਪਡੇਟਸ ਦਿੰਦੇ ਹੋ। ਤੁਸੀਂ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੂੰ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਉਦੋਂ ਤੱਕ ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।